ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਸੁਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨ ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਸਤਿਕਾਰਯੋਗ
ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਓ ਹਾਜ਼ਰੀ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੇ ਮਹਲਾ ਪੰਜਵਾਂ। ਔਖੇ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਤਨਾਸਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 682 ਦੇ ਉੱਤੇ ਸਬਾਈਮਾਨ ਨੇ। ਔਰ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ ਕਿ ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਔਰ ਪਰਮੇਸ਼ਰ ਰੂਪ ਮੇਰਾ ਗੁਰੂ ਕਦੇ ਆਪਣੇ ਸਿੱਖ ਨੂੰ, ਭਗਤ ਨੂੰ, ਜਪਣ ਵਾਲੇ ਨੂੰ ਔਖੇ ਘੜੀ ਨਾ ਦੇਖਣ ਦੇਈ। ਦੇ ਦਾ ਅਰਥ ਹੈ ਕਿ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ। ਕਿਉਂਕਿ ਕਈ ਵਾਰੀ ਅਸੀਂ ਅਰਦਾਸ ਬੇਨਤੀ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਔਖੀ ਘੜੀ ਨਾ ਦੇਖਣ ਦੇਈ। ਦੇਈ ਦਾ ਅਰਥ ਹੈ ਕਿ ਵੇਖਣ ਨਾ ਦੇਈ, ਬਿੰਦੀ ਨਹੀਂ ਲਾਉਣੀ। ਇਸ ਪਾਠ ਨੂੰ ਨਾਸਕਾ 'ਚ ਨਹੀਂ ਬੋਲਣਾ। ਦੇਈ ਉਹ ਮੇਰਾ ਸਤਿਗੁਰੂ ਪਰਮੇਸ਼ਰ ਆਪਣੇ ਜਪਣ ਵਾਲਿਆਂ ਨੂੰ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ। ਆਪਣਾ ਬਿਰਦ ਸੰਭਾਲੇ, ਕਿਉਂਕਿ ਉਹਦਾ ਬਿਰਦ ਉਹਦਾ ਸੁਭਾਅ ਹੀ ਐਸਾ ਹੈ। ਬਿਰਦ ਦਾ ਅਰਥ ਸੁਭਾਅ, ਤੇ ਸੁਭਾਅ ਕਹਿ ਲਈਏ ਕਿ ਉਸ ਰੱਬ ਦਾ, ਪਰਮੇਸ਼ਰ ਦਾ ਫਰਜ਼ ਹੈ। ਉਹ ਆਪਣੇ ਫਰਜ਼, ਆਪਣੇ ਸੁਭਾਅ ਦੇ ਮੁਤਾਬਕ ਜਪਣ ਵਾਲਿਆਂ ਨੂੰ ਔਖੀ ਘੜੀ ਦੇਖਣ ਦਿੰਦਾ ਹੀ ਨਹੀਂ। ਪਰ ਦੇਖੋ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਔਖੀ ਘੜੀ ਆ ਗਈ, ਕਿਉਂਕਿ ਸਾਨੂੰ ਸੰਸਾਰ ਦੇ ਵਿੱਚ ਰਹਿੰਦਿਆਂ ਸੰਸਾਰਿਕ ਤੌਰ 'ਤੇ ਔਖੀ ਘੜੀ ਆ ਸਕਦੀ ਹੈ। ਪਰ ਸਾਨੂੰ ਲੱਗਦਾ ਕਿ ਸ਼ਾਇਦ ਤਨ 'ਤੇ ਕੋਈ ਰੋਗ ਆ ਜੇ ਤੇ ਤਾਂ ਹੀ ਔਖੀ ਘੜੀ ਹੈ। ਕਾਰੋਬਾਰ 'ਚ ਕਿਤੇ ਘਾਟਾ ਪੈ ਜੇ ਤੇ ਤਾਂ ਕਿਹਾ ਜਾਂਦਾ ਬੜੀ ਔਖੀ ਘੜੀ ਆਈ। ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਪਾਵਨ ਬਚਨ ਕਹੇ ਨੇ ਨਾ, ਆਪਣੇ ਸਰੀਰ ਦੇ ਉੱਤੇ ਹੰਢਾ ਕੇ ਵੀ ਵਿਖਾਏ ਨੇ ਕਿ ਭਾਵੇਂ ਤੱਤੀਆਂ ਲੋਹਾਂ ਦੇ ਉੱਤੇ ਚੌਂਕੜਾ ਮਾਰ ਕੇ ਬੈਠਣਾ ਪੈ ਜੇ ਸਿੱਖਾ, ਭਾਵੇਂ ਸਿਰ ਦੇ ਵਿੱਚ ਤੱਤਾ ਰੇਤਾ ਕੋਈ ਪਾ ਦੇਵੇ, ਉਬਲਦੀਆਂ ਹੋਈਆਂ ਦੇਗਾਂ ਦੇ ਵਿੱਚ ਬਿਠਾ ਕੇ ਉਬਾਲ ਦੇਵੇ, ਪਰ ਕਿਉਂਕਿ ਮੇਰੇ ਪਰਮੇਸ਼ਰ ਦਾ ਤੇ ਬਿਰਦ ਹੈ, ਸੁਭਾਅ ਹੈ, ਉਹ ਫਿਰ ਵੀ ਔਖੀ ਘੜੀ ਨਹੀਂ ਦੇਖਣ ਦਿੰਦਾ। ਹੁਣ ਅਸਲ ਵਿੱਚ ਇਹਦਾ ਭਾਵ ਅਰਥ ਕੀ, ਔਖੀ ਘੜੀ ਹੈ ਕਿਹੜੀ? ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ। ਗੁਰੂ ਅਰਜਨ ਦੇਵ ਜੀ ਤਨ ਦੇ ਉੱਤੇ ਹੰਢਾ ਕੇ ਕਹਿੰਦੇ ਨੇ ਭਾਈ ਸਰੀਰ ਦੇ ਉੱਤੇ ਦੁੱਖ ਆ ਸਕਦਾ ਹੈ। ਔਰ ਇਹ ਬਾਰ-ਬਾਰ ਕਿਹਾ ਗਿਆ ਹੈ ਦੁੱਖ ਤੇ ਸੁੱਖ। ਇਹ ਤੇ ਦੋ ਤਰ੍ਹਾਂ ਦੇ ਕੱਪੜੇ ਨੇ। ਜੇ ਦੁੱਖ ਹਮੇਸ਼ਾ ਨਹੀਂ ਰਹਿਣਾ ਤੇ ਸੁੱਖ ਵੀ ਹਮੇਸ਼ਾ ਨਹੀਂ ਰਹਿਣਾ। ਸੁੱਖ ਆ ਗਿਆ ਤੇ ਸੁੱਖ ਹਮੇਸ਼ਾ ਨਹੀਂ ਰਹਿਣਾ। ਜੇ ਜੀਵਨ ਚੱਲਦਾ ਹੈ, ਇਹ ਦੋਵੇਂ ਹੀ ਨੇ। ਕਿਉਂਕਿ ਅਸੀਂ ਜਿਹਨੂੰ ਦੁੱਖ ਸੁੱਖ ਅਸੀਂ ਸਮਝਦੇ ਹਾਂ, ਘਰ ਵਿੱਚ ਕਿਸੇ ਨੇ ਜਨਮ ਲਿਆ, ਬੜੀਆਂ ਖੁਸ਼ੀਆਂ ਮਨਾਈਆਂ, ਸੁੱਖ ਆ ਗਿਆ। ਜੇ ਤੇਰੇ ਸਰੀਰ ਨੂੰ ਕੁਛ ਨਹੀਂ ਹੋਇਆ, ਘਰ ਵਿੱਚ ਕਿਸੇ ਦੀ ਮੌਤ ਹੋ ਗਈ, ਕਹਿ ਦਿੱਤਾ ਦੁੱਖ ਆ ਗਿਆ। ਇਹ ਤੇ ਰੱਬ ਨੇ, ਪਰਮੇਸ਼ਰ ਨੇ ਧੁਰ ਤੋਂ ਖੇਡ ਐਸੀ ਬਣਾਈ ਹੈ, ਦੋ ਤਰ੍ਹਾਂ ਦੇ ਕੱਪੜੇ ਨੇ। ਫਿਰ ਉਹ ਔਖੀ ਘੜੀ ਕਿਹੜੀ ਹੈ? ਉਹ ਦੁੱਖ ਕਿਹੜਾ ਹੈ ਜਿਹੜਾ ਨੇੜੇ ਨਹੀਂ ਆ ਸਕਦਾ? ਕਿਉਂਕਿ ਸਤਿਗੁਰੂ ਜੀ ਨੇ ਬਾਰ-ਬਾਰ ਸਮਝਾਇਆ, ਜਿਹੜਾ ਗੁਰੂ ਦਾ ਸਿੱਖ ਹੈ ਨਾ, ਦੇਖੋ ਤੇ ਗੱਲ ਇੱਕੋ ਕਹਿੰਦਾ ਹੈ ਕਿ ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਤੇ ਆਈ। ਔਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਹੀ ਕੀਤੀ ਹੈ
कि जो नाल दुख मैं दुख नहीं मानना, सुख स्नेह अर भै नहीं जाके। दुख आ जाए ਜਿਹੜਾ दुख ਨੂੰ दुख ਮੰਨੇ ਹੀ ਨਾ, ਫਿਰ ਉਹਦੇ ਨੇੜੇ ਔਖੀ ਘੜੀ ਆ ਕਿਵੇਂ ਜਾਏਗੀ। ਹੁਣ ਸਤਿਗੁਰੂ ਜੀ ਨੇ ਇਹ ਕੁਝ ਸਮਝਾਇਆ ਹੈ। ਮੇਰੇ ਰੱਬ ਦਾ, ਪਰਮੇਸ਼ਰ ਦਾ, ਗੁਰੂ ਦਾ ਸੁਭਾਅ ਹੈ, ਉਹਦਾ ਨਾਂ ਹੀ ਪਤਿਤ ਪਾਵਨ ਹੈ। ਤੇ ਅਸਲ ਵਿੱਚ ਔਖੀ ਘੜੀ ਹੈ ਉਹ ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦੁੱਖ ਵਿਛੋੜਾ। ਆਪਣੇ ਰੱਬ ਨੂੰ ਭੁੱਲ ਜਾਣਾ, ਪਰਮੇਸ਼ਰ ਗੁਰੂ ਤੋਂ ਵਿਛੋੜਾ ਪੈ ਜਾਣਾ ਸਭ ਤੋਂ ਔਖੀ ਘੜੀ ਹੈ। ਇਹ ਤੇ ਰੱਬ ਦਾ, ਪਰਮੇਸ਼ਰ ਦਾ ਸੁਭਾਅ ਹੈ, ਤੂੰ ਚੇਤੇ ਕਰ, ਤੂੰ ਨਾ ਭੁੱਲੀ। ਉਹ ਤਾਂ ਭੁੱਲਣ ਦਿੰਦਾ ਹੀ ਨਹੀਂ, ਉਹ ਤਾਂ ਯਾਦ ਕਰਾਉਂਦਾ, ਹਰ ਥਾਂ 'ਤੇ ਕਰਾਉਂਦਾ ਹੈ। ਕਈ ਵਾਰੀ ਬੰਦਾ ਮੰਨਣ ਨੂੰ ਤਿਆਰ ਨਹੀਂ ਕਿ ਰੱਬ ਕੋਈ ਹੈ, ਪਰ ਮੰਨਣਾ ਤਾਂ ਪੈਂਦਾ, ਭਾਵੇਂ ਰੋ ਕੇ ਮੰਨੇ। ਪਰਮੇਸ਼ਰ ਦਾ ਭਾਣਾ ਕੋਈ ਕਹਿੰਦਾ, ਭਾਵੇਂ ਜਿੰਨਾ ਮਰਜ਼ੀ ਕਹੇ ਮੈਂ ਕੋਈ ਭਾਣਾ ਨਹੀਂ ਮੰਨਦਾ, ਮੰਨਣਾ ਤਾਂ ਪੈਂਦਾ ਹੀ ਹੈ, ਰੋ ਰੋ ਕੇ ਮੰਨਣਾ ਪੈਂਦਾ ਹੈ। ਪਰ ਜਿਹੜਾ ਜੁੜਿਆ ਹੋਇਆ ਉਹ ਹੱਸ ਕੇ ਮੰਨਦਾ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਗੁਰੂ ਦਾ, ਪਰਮੇਸ਼ਰ ਦਾ ਬਿਰਧ ਹੈ, ਸੁਭਾਅ ਹੈ। ਤੇ ਸੁਭਾਅ ਕੀ ਹੈ? ਉਹਨੂੰ ਪਤਿਤ ਪਾਵਨ ਕਿਹਾ ਜਾਂਦਾ ਹੈ। ਔਰ ਸਤਿਗੁਰੂ ਜੀ ਨੇ ਬੇਨਤੀ ਉਦਾਹਰਨਾਂ ਦਿੱਤੀਆਂ। ਗਣਕਾ ਦੀ ਉਦਾਹਰਨ ਦਿੰਦੇ ਨੇ। ਗਣਕਾ ਕਿਹਾ ਜਾਂਦਾ ਜਿਹੜੀ ਇੱਕ ਵਿਸ਼ਵ ਹੈ। ਜਦੋਂ ਕਿਤੇ ਭਾਵੇਂ ਤੋਤੇ ਦੇ ਬਹਾਨੇ ਹੀ ਉਹਨੇ ਰਾਮ ਨੂੰ, ਪਰਮੇਸ਼ਰ ਨੂੰ ਚੇਤੇ ਕੀਤਾ। ਔਰ ਤੋਤਾ ਜਿਹਨੂੰ ਕਿਹਾ ਜਾਂਦਾ ਤੋਤਾ ਰਟਣ, ਅਸਲ ਵਿੱਚ ਉਹ ਤੇ ਤੋਤੇ ਨੂੰ ਰਟਾਉਂਦੇ ਰਟਾਉਂਦੇ ਇਸ ਭਵ ਸਾਗਰ ਤੋਂ ਤਰ ਗਈ। ਤੇ ਭਾਈ ਸਿੱਖਾ ਤੂੰ ਤਾਂ ਫਿਰ ਗੁਰੂ ਕਾ ਸਿੱਖ ਹੈ। ਗੁਰੂ ਦਾ ਬਿਰਧ ਐਸਾ ਹੀ ਹੈ, ਗੁਰੂ ਦਾ ਸੁਭਾਅ ਐਸਾ ਹੀ ਹੈ। ਉੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਿ ਗਣਕਾ ਉਦਰੀ ਹਰ ਕਹਿ ਤੋਤ। ਉਦਾਹਰਨ ਦਿੰਦੇ ਨੇ, ਗਜਿੰਦਰ ਧਿਆਇਓ ਹਰ ਕੀਓ ਮੂਖ। ਗਜਿੰਦਰ ਗੰਧਰਵ ਹਾਥੀ ਮੰਨਿਆ ਜਾਂਦਾ ਕਿ ਇੰਦਰ ਦੇਵਤਾ ਦਾ ਕੋਈ ਰਾਗੀ ਸੀ, ਗਲਤੀ ਕਰਕੇ ਹਾਥੀ ਬਣ ਗਿਆ। ਜਿਵੇਂ ਦੇ ਵੀ ਮਨੌਤ ਹੈ, ਸਤਿਗੁਰੂ ਜੀ ਕਹਿੰਦੇ ਨੇ ਜੇ ਉਹਨਾਂ ਦੀ ਮਨੌਤ ਹੈ ਉਹ ਮੰਨ ਸਕਦੇ ਨੇ ਕਿ ਇੱਕ ਹਾਥੀ ਪਾਣੀ ਦੇ ਵਿੱਚ ਜਦੋਂ ਤੇਂਦੂਆ ਫੜ ਦੇਵੇ ਛੱਡਦਾ ਨਹੀਂ। ਤੇ ਜਦੋਂ ਉਹਨੂੰ ਦੇਖਿਆ ਕਿ ਹੁਣ ਚਾਰਾ ਕੋਈ ਨਹੀਂ, ਤਾਕਤ ਬੜੀ ਸਰੀਰ ਦੇ ਵਿੱਚ, ਬੜਾ ਹਾਥੀ ਕਿਤੇ ਛੋਟਾ ਹੈ, ਜਦੋਂ ਆਪਣੀ ਤਾਕਤ ਵੀ ਜਵਾਬ ਦੇਗੀ, ਸਾਥੀ ਕੋਈ ਨਜ਼ਰ ਨਹੀਂ ਆਇਆ। ਰੱਬ ਨੂੰ ਚੇਤੇ ਕੀਤਾ, ਕਹਿੰਦੇ ਉਦੋਂ ਉਹਦੀਆਂ ਤਾਰਾਂ ਟੁੱਟ ਗਈਆਂ, ਉਹ ਫਾਸੇ ਦੇ ਵਿੱਚੋਂ ਉਹ ਬਚ ਗਿਆ। ਤੇ ਭਾਈ ਸਿੱਖਾ ਤੂੰ ਚੇਤੇ ਕਰੇਗਾ ਤੇ ਗੁਰੂ ਦਾ ਤੇ ਬਿਰਧ ਦੀ ਸੁਭਾਅ ਹੀ ਹੈ, ਉਹ ਵੀ ਤੇ ਜੇ ਧਿਆਏਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਤੂੰ ਚੇਤੇ ਵਿੱਚ ਰੱਖਿਓ ਤੇ ਆਪਣੇ ਬਿਰਧ ਦੀ ਸੰਭਾਲ ਕਰਦੀ ਹੈ। ਔਰ ਸਤਿਗੁਰੂ ਜੀ ਨੇ ਸਾਨੂੰ ਉਦਾਹਰਨਾਂ ਦਿੱਤੀਆਂ। ਕਹਿੰਦੇ ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਗ ਪੇ ਭੱਜ ਖਲੇ। ਸਭੋ ਭੱਜੈ ਆਸਰਾ, ਚੁੱਕੈ ਸਭ ਸਿਰਾਓ। ਜਦੋਂ ਸਾਰੇ ਆਸਰੇ ਭੱਜ ਜਾਣ, ਹਕੀਕਤ ਇਹ ਹੈ ਕਿ ਜਦੋਂ ਚਾਰਾ ਕੋਈ ਨਾ ਰਹਿ ਜੇ, ਫਿਰ ਉਦੋਂ ਸਾਰੇ ਪਾਸੋਂ ਘਿਰਿਆ ਹੋਇਆ ਕਈ ਵਾਰੀ ਫਿਰ ਰੱਬ ਨੂੰ ਚੇਤੇ ਕਰ ਹੀ ਦਿੰਦਾ ਹੈ। ਔਰ ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਕਹਿੰਦੇ ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਲੱਗੇ ਨਾ ਤੱਤੇ ਵਾਹੋ। ਕੋਈ ਆਸਰਾ ਜਦੋਂ ਨਾ ਬਚੇ ਉਦੋਂ ਹੀ ਚੇਤੇ ਕਰ ਲੈ, ਉਹਦੇ ਫਿਰ ਵੀ ਤੱਤੀ ਵਾਹ ਨਹੀਂ ਲੱਗਣ ਦਿੰਦਾ। ਹੁਣ ਪਹਿਲੀ ਗੱਲ ਇਹ ਹੁੰਦਾ ਪਰਮੇਸ਼ਰ ਦਾ ਬਿਰਧ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਮੇਰੇ ਰੱਬ ਦਾ, ਪਰਮੇਸ਼ਰ ਦਾ, ਗੁਰੂ ਦਾ ਐਡਾ ਸੋਹਣਾ ਬਿਰਧ ਹੈ, ਐਡਾ ਸੋਹਣਾ ਸੁਭਾਅ ਹੈ, ਤੇ ਭਾਈ ਤੂੰ ਵੀ ਕਦੇ ਉਹਨੂੰ ਚੇਤੇ ਕਰ ਲਿਆ ਕਰ। ਰੇ ਮਨ ਤੂੰ ਵੀ ਭੱਜ ਗੋਬਿੰਦ, ਕਹਿੰਦੇ ਤੂੰ ਵੀ ਭੱਜ। ਕਿਉਂ ਜੀ? ਉੱਥੇ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਵਿਪਰ ਸਦਾਮੇ ਦਾਲਤ ਭੰਜ। ਔਖੀ ਘੜੀ ਤੋਂ ਵੀ ਸੀ ਨਾ, ਦਲਿੱਦਰ ਬੜਾ ਸੀ। ਔਰ ਘਰ ਵਾਲੇ ਨੇ ਕਹਿ ਕੇ ਭੇਜਿਆ ਸੀ ਸੁਦਾਮਾ ਜੀ ਨੂੰ, ਜਾਓ ਕ੍ਰਿਸ਼ਨ ਤੁਹਾਡਾ ਬਾਲ ਸਖਾਈ ਮਿੱਤਰ ਹੈ। ਕਹਿੰਦੇ ਜੇ ਅੰਦਰ ਸਿਮਰਨ ਹੈ ਸੁਦਾਮੇ ਵਰਗੇ ਦਲਿੱਦਰ ਦੇ, ਉਹ ਦਲਿੱਦਰ ਪੰਜ ਕੱਟੇ ਜਾਂਦੇ ਨੇ। ਵਿਪਰ ਸੁਦਾਮੇ ਦਾਲਤ ਪੰਜ, ਰੇ ਮਨ ਤੂੰ ਵੀ ਭੱਜ ਗੋਬਿੰਦ। ਉਹਦਾ ਤਾਂ ਸੁਭਾਅ ਹੈ ਹੀ, ਪਰ ਤੈਨੂੰ ਵੀ ਤਾਂ ਕੁਝ ਕਰਨਾ ਪਏਗਾ ਨਾ। ਹੁਣ ਉਹਨੂੰ ਭੱਜਣਾ ਕਿਵੇਂ? ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ
हर जस रे मना गाए लै जो संगी है तेरू। मना जिंदा एडा सोहना सुभाਅ है बिरद तूं त्यार, ਜਿਹੜਾ तेरा संगी है इत्थे जाण तो बाद भी संगी है। हर जस रे मना गाए लै जो संगी है तेरू। नाल ही समझाउंदे ने अवसर बीत्यो जात है कहियो मान लै मेरो। सतगुरु जी सानू बेनतियां कर करके समझाउंदे ने भाई साडा कहना मन लो। उनका तो बिरद है, उन्हें तो अपने बिरद नूं संभालना ही भी तू भी तो कुछ कर। हुण गुरु साहब ने रहाऊ दी पंक्ति बचन भी कहे ने औखे घड़ी ना देखण दे अपना बिरद संभाले। तो किवें बिरद संभालदा, कहंदे हाथ दे राखै अपने को सास सास प्रतिपाले। वो अपने सेवकां नूं आप हथ दे के रखदा, तू उनदा बण के ते वेख। वो तो हर एक सवास दे नाल तेरे नाल है, तेरी प्रतिपालना करता है। हुण सतगुरु जी कहंदे ने किन्हां नूं औखी घड़ी नहीं देखण दिंदा। ये रहाऊ दी पंक्ति च बचन ने प्रभ स्यों लाग रहियो मेरा चेत। बस तू इत्थे कायम रहना कि चेत प्रभु नाल लग्या होवे। तो जदों चेत भी लग्या होवे, चित्त भी लग्या होवे, तो भरोसा भी होवे कि आद अंत प्रभ सदा सहाय। धन हमारा मीत, वो साडे आद तो लैके साडे अंत तक दे अंत तो बाद भी साडा मददगार है, सहाई है। तो जिहड़ा ऐसा मित्र होवे, सहायता करने वाला होवे, उहनूं कहंदे ने धन हमारा मीत। रब परमेश्वर नूं मित्र कहंदे ने। हुण उहदे नाल चित्त लाउणा की है? उहदा सिमरन। गुरु की सेवा शब्द आप वरतने, गुरु की सेवा की है, गुरु का सिमरन की है, हरि दे जस नूं गाउणा किवें है। ये सारा कुछ सानू असल में एक गुरुद्वारे जिहड़े बने ने, इन्हां नूं पहलू शब्द भाई गुरदास जी ने धर्मशाला वरतिया सी। घर घर अंदर धर्मशाला। ये सानू सिखाउण दे वास्ते जिवें विद्यालय हुंदे, स्कूल हुंदे ने, एक कह लीए कि सिखां दा स्कूल है। गुरु घर दे विच आके सेवा करनी तो सीख के जाना सी। सेवा दा भाव की है, सेवा करनी क्यों है। पर तुसीं वेखो कि साडे विच एक लगी हुंदी होड़ कि गुरु घर विच आना है तो भांडे एक दूजे तो खो खो के मांजने कि सेवा मैनूं मिल जाए। और मैं कई बार बेनती की सेवा करनी ऐसी सेवा माड़ी नहीं, पर सेवा तो करके तो सीख के जाना सी ना। इनू चलो मान लो गुरु की सेवा है, पर असल में गुरु की सेवा नहीं, गुरु तो सेवा बख्श देने, सेवा करने की जांच बख्श देने। क्योंकि सेवा जिहड़ी है, सेवा की जाती कमजोर की, माड़े की। गुरु की सेवा कोई नहीं कर सकता, गुरु की बख्शी हुई सेवा की जा सकती है। और गुरु साहब जी तो सेवा ही बख्श देने, सेवा की दात ही देंदे ने। सिख के तो ही जाना सी कि सेवा जिहड़ी है वो हमेशा कमजोर की की जाती पाई। और सतगुरु जी कहते हैं ये जिहड़ी सेवा जी करनी है ना, तू सीख के जा तो घर तो शुरू कर। ये जाके घर तो शुरू कर। देखो असीं घर गृहस्थी सारे गृहस्थी हैं, और एक दो बेनती करनियां ने, ये गृहस्थियों के काम जरूर आउंदियां। सतगुरु जी ने पावन बचन किया कि गृहस्थी कहंदे किनूं ने कि धन फिर यह ना आखिए बहन इकट्ठे हुए। अज तो रिवाज चल गया ना, आनंद कारज होए पहले दिन कहते इकट्ठे बैठ के छकना है, इक्को थाली जी छकना है, माड़ा कोई नहीं। पर केवल इकट्ठे बैठ जाना ही यही पति पत्नी है। इत्थे गुरु साहब ने साडे घरां च उदाहरण दित्ती ना, पति गुरुमत के मुताबक पति परमेश्वर है, असीं सारियां जीव रूपी स्त्रियां। हुण इकट्ठे बैठना है ना जी, गुरु की हुजीरी विच भी आपां बैठे हैं। जे गुरु नूं परमेश्वर पति मान लीए, असीं पत्नियां। पर गुरु साहब जी कहते हैं इकट्ठे होकर बैठ जाना तो पति पत्नी वाला रिश्ता नहीं ना बन जाता, रिश्ते नूं तो निभाउणा पैंदा है। धन फिर यह ना आखिए बहन इकट्ठे होए,
फिर सतगुरु जी पत्नी पत्नी का रिश्ता है कि कहते क्यों? कहते एक जोत दोए मूर्ति धन फिर कही ऐसोए विचार तो रलती हो। तो जरूरी नहीं सारिया विचार आपस में रलदियाँ हो। तो जे नहीं रलदियाँ फिर उन्होंने रला तो सकने ना, गुरु तो सिर ते लै सकने कि जो गुरु ने कहा है कोई गल पति को ठीक लगी ये करनी है, पत्नी नहीं भी सहमत अपनी सलाह दे सकती, जो कहते कि तुसी करनी तो ठीक है भाई। पत्नी को चंगी लगी पति सलाह दे सकता कि मैनू लगता इस तरह है। हुण विचारों की साझ तो इस तरह है ना, विचारों के फर्क हो सकता पर साझियाँ तो हो सकदियां ने। घर गृहस्थी जीवन कलेश जे रहिंदा है, ये कलेश दूर इसे तरह होना। गुरु की बाणी तो सानू ये सिखाउंदी सी कि गुरु का तो बिरद है, परमेश्वर का बिरद है, पर तेरा भी तो कोई फर्ज है। पति पत्नी बड़े नाम तो रखा सी आनंद कारज, आनंद ही आनंद रहे। पर वो जे आनंद है घर दे विच कलेश बन जाए। हुण कई बार सासू लांभे दिंदी है कि नहू पुछदी कोई नहीं, नहू लांभे दिंदी कि सस ने मैनू कभी अपनी नहू नहीं समझिया। घर गृहस्थी चलनी तो गुरु तो सिहत लैके है, चलती तो पई है, पर यह लड़ाई कलेश झगड़ा इवें तो चलती रहेगी। पर जे इस घर नूं गृहस्थी नूं स्वर्ग वर्गा बनाउणा फिर गुरु की सिहत लैके चलीए। हुण सतगुरु जी ने पावन बचन दोवां पासों कहे कि जे तू सेवा करनी है ना, सेवा की तो जांच गुरु ने दसनी है। और सतगुरु जी कृपा करके समझाते हैं फिर सेवा कर, गुरु की सेवा करनी है चल गुरु की कर ले। गुरु कौन है? कहते गुरुदेव माता, गुरुदेव पिता, पहले गुरु ते ही लेना कर सेवा। बजुर्ग ने घर में उन्होंने दे के कई बार मिलता है बहुते घर सवेरे रोटियां बना के रख देने प्रसादे कि बेबे जो लोड़ हुई चुक के खा ली। और तुम विचार करके देखो दंद चंगे भले हो तो ठंडे प्रसादे को खान लगे फिर वही छत्ते नखरे करता जिंदे दंद ही ना हो। फिर इवें दी रोटी फिर कह के असीं तो सेवा बड़ी करने। सिखना तो इत्थों सी ना कि भांडे कदे सत्कार नाल उत्थों तक अगे चुके ना हो कि इन्ने जोगे भी हुण भांडे ते चुक के रख दो। सतगुरु जी कहते हैं सेवा करनी फिर घर तो शुरू कर। और जेड़े नहीं करते फिर धन गुरु रामदास जी ने कृपा भी की, जेड़े अगों बोलते हैं वो भावें प्रीति चंद बोले सन तो धन गुरु रामदास जी ने कह दिता सी काहे झगर तहों संग बाप पूत, काहे झगर तहों संग बाप, जिनके जने वडेरे तुम हो तिन संग झगरत पाप। बजुर्गों के नाल झगड़ा करना सब तो वड्डा पाप है। और सतगुरु जी ने सानू समझाया, भाई गुरदास जी समझाते हैं कि देख जे माँ प्यो की सेवा नहीं ना की तो फिर जेड़े मर्जी गुरुद्वारे मंदिर मस्जिद जिथे मर्जी जाके सेवा कर ले, तेरी सेवा किते लेखे लग सकती हुई नहीं। माँ प्यो की सेवा नहीं की, साम संभाल नहीं की, जिन्ने मर्जी कथा कहानियाँ सुनी जा, कहानियाँ तो बन सकदियां ने पर उस कथा की तेनों समझ पैनी हुई नहीं। भाई साहब ने पावन वचन कहे ने कि माँ प्यो परहर सुने वेद, कथा कहानी सार ना जानी। माँ प्यो परहर करे तप, माँ प्यो को कदे पानी का गिलास नहीं पूछे तो अखा मीट मीट के बैठता बड़ा बड़ा तपस्वी है। भाई साहब जी कहते तपस्वी ने असल में तू उस हिरण की तरह है जेड़ा जंगल दे विच रस्ता भटकिया, जेड़ा चमकती हुई रेत नूं केवल पदार्थ समझ ले। माँ प्यो परहर करे तप, वनखंड भूला फिरे बेबाणी। माँ प्यो परहर नहावना, तीर्थां ते जांदे फिरदे ने। भाई साहब जी कहते हैं 8-60 तीर्थ घूमण वाणी, बस 13 तीर्थां ते नहाउणा। इस तरह जिवें तीर्थ विच किसी पानी दे विच घूमण करी पैंदी है ना, तू तो घूमण करी च फस गया।
ਤੈਨੂੰ ਪਤਾ ਹੀ ਨਹੀਂ ਲੱਗਾ ਕਿ ਅਸਲ ਤੀਰਥ ਕੀ ਹੈ, ਅਸਲ ਸੇਵਾ ਕੀ ਹੈ, ਕਰਨਾ ਕੀ ਸੀ। ਤੇ ਸਤਿਗੁਰੂ ਜੀ ਫਿਰ ਨਾਲ ਹੀ ਕਹਿੰਦੇ ਨੇ, ਭਾਈ ਗੁਰਦਾਸ ਜੀ ਨੂੰ ਉੱਥੇ ਪਾਵਨ ਬਚਨ ਪਏ, ਮਾਂ ਪਿਓ ਪਰਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਨੀ, ਗੁਰ ਪਰਮੇਸ਼ਰ ਸਾਰ ਨਾ ਜਾਣੀ, ਜਿੰਨੇ ਮਰਜ਼ੀ ਦਾਨਾਂ ਦੀ ਦੇ ਕੇ ਚਿੱਟਾ ਲਵਾ, ਨਾ ਗੁਰੂ ਦੇ ਪਰਮੇਸ਼ਰ ਤੇ ਤੈਨੂੰ ਸਮਝ ਪੈਣੀ ਨਹੀਂ, ਸੇਵਾ ਤੇਰੀ ਕਿੱਥੇ ਲੱਗੇਗੀ ਲਿਖੇ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਭਾਈ ਸਾਹਿਬ ਨੇ ਇੱਕ ਉਦਾਹਰਨ ਹੋਰ ਦੇ ਕੇ ਸਮਝਾਇਆ ਕਿ ਦੇਖੋ ਘਰ ਦੇ ਵਿੱਚ ਬਜ਼ੁਰਗ ਨੇ, ਸੇਵਾ ਕਰਨੀ ਉੱਥੋਂ ਸ਼ੁਰੂ ਕਰ, ਪਰ ਇੱਕ ਕਹਾਣੀ ਦੋਨਾਂ ਪਾਸੋਂ ਸਮਝਣੀ ਪਏਗੀ ਕਿ ਜਦੋਂ ਤੱਕ ਬਜ਼ੁਰਗ ਸੱਸ ਸਹੁਰਾ ਆਪਣੀ ਨੂੰਹ ਨੂੰ ਧੀ ਸਮਝਣਗੇ ਨਹੀਂ, ਤੇ ਇਸ ਘਰ ਗ੍ਰਸਤੀ ਦੇ ਵਿੱਚ ਉਹ ਆਨੰਦ ਆਉਣਾ ਨਹੀਂ ਜਿਹਦਾ ਨਾਂ ਰੱਖਿਆ ਗਿਆ ਸੀ ਆਨੰਦ ਕਾਰਜ। ਘਰ ਵਿੱਚ ਆਉਣ ਵਾਲੀ ਨੂੰਹ ਤੇ ਜਾ ਹੋਵੇ ਜਵਾਈ, ਉਹ ਆਪਣੇ ਸੱਸ ਸਹੁਰੇ ਨੂੰ ਮਾਂ ਪਿਓ ਜੇ ਸਮਝੇ ਗਏ ਨੇ, ਤੇ ਇਸ ਆਨੰਦ ਕਾਰਜਾਂ ਦੇ ਵਿੱਚ ਗ੍ਰਸਤੀ ਦੇ ਵਿੱਚ ਆਨੰਦ ਆਉਣਾ ਹੀ ਨਹੀਂ। ਭਾਈ ਸਾਹਿਬ ਨੇ ਤਾਂ ਉਦਾਹਰਨਾਂ ਦੇ ਕੇ ਸਮਝਾਇਆ। ਹੁਣ ਕਹਿੰਦੇ ਨੇ, ਕਾਮਣ ਕਾਮਣ ਆਰੀਐ, ਕੀਤੋ ਕਾਮਣ ਕੰਤ ਪਿਆਰਾ, ਕਾਮਣ ਇਸਤਰੀ ਕਾਮਣ ਆਰੀਐ, ਟੂਣੇ ਹਰੀ ਇਸਤਰੀ, ਕਿ ਤੂੰ ਕਿਵੇਂ ਦਾ ਟੂਣਾ ਕੀਤਾ ਆਪਣੇ ਕਾਮਣ ਤੇ ਪਤੀ ਤੇ। ਕਾਮਣ ਕਾਮਣ ਆਰੀਐ, ਕੀਤੋ ਕਾਮਣ ਕੰਤ ਪਿਆਰਾ, ਕਹਿੰਦੇ ਜੰਮੇ ਸਾਈਂ ਵਿਸਾਰਿਆ, ਮਾਂ ਪਿਓ ਵਿਆਹਿਆ ਮਾਂ ਪਿਓ ਵਿਸਾਰੇ। ਉੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੇ ਮਾਂ ਪਿਓ ਨੇ ਸੁੱਖਾ ਸੁੱਖ ਸੁੱਖ ਕੇ ਵਿਆਹਿਆ, ਕਾਮਣ ਕਾਮਣ ਆਰੀਐ, ਕੀਤੋ ਕਾਮਣ ਕੰਤ ਪਿਆਰੇ, ਸੁੱਖਾਂ ਸੁੱਖ ਵਿਆਹਿਆ, ਸੌਣ ਸੰਜੋਗ ਵਿਚਾਰ ਵਿਚਾਰੇ। ਹੁਣ ਉਹ ਤੇ ਸੁੱਖਾ ਸੁੱਖਦੇ ਨੇ, ਪਰ ਕਾਮਨ ਨੇ, ਉਸ ਇਸਤਰੀ ਨੇ ਕਿਵੇਂ ਦਾ ਜਾਦੂ ਕੀਤਾ ਜੀ। ਉਹਨਾਂ ਨੇ ਸੁੱਖਾ ਸੁੱਖ ਸੁੱਖ ਕੇ ਵਿਆਹ ਹੈ ਕਿ ਪੁੱਤ ਨੋਹੇ ਦਾ ਮੇਲ ਵੇਖ, ਆਂਗਣ ਮਾਵਣ ਮਾਪਿਓ ਵਾਰੇ ਵਾਰੇ ਜਾਂਦੇ ਨੇ, ਪਰ ਨਹੁੰ ਕਰਮ ਦੇ ਨਾਲ ਹੀ ਕਹਿੰਦੇ, ਨਹੁੰ ਨਿਤ ਕੰਤ ਕੁਮੱਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਉਹਨਾਂ ਨੂੰ ਹਥਿਆਰੇ ਤੱਕ ਕਹਿ ਦਿੰਦੀ ਕਿ ਕਮਾ ਕੇ ਲਿਆਉਣਾ, ਇਹਨਾਂ ਨੂੰ ਜੋ ਦੇਣਾ ਮੇਰੇ ਤਲੀ ਤੇ ਰੱਖ, ਇਹਨਾਂ ਨੂੰ ਛੱਡ ਪਰ। ਉੱਥੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਨਹੁੰ ਨਿਤ ਕੰਤ ਕੁਮੱਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਪੁੱਤਰ ਵੀ ਉਹਨਾਂ ਦੇ ਨਿਕਲ ਆਇਆ, ਪਰ ਮਾਂ ਪਿਓ ਦੇ ਉਪਕਾਰ ਵਿਸਾਰਨ ਵਾਲੇ ਕਹਿੰਦੇ ਲੋਕਾਂ ਚਾਰ ਵੱਡੇ ਪੁਚਾਰੇ, ਘੱਟੋ ਘੱਟ ਲੋਕਾਂ ਚਾਰੀ ਤੇ ਰੱਖ ਲੈਂਦੇ। ਹੁਣ ਮਾਂ ਪਿਓ ਦੇ ਘਰ ਸਾਹਿਬ ਸੰਭਾਲਣੇ ਕੀਤੇ, ਗੁਰੂ ਘਰ ਵਿੱਚ ਖੋ ਕੇ ਤੂੰ ਸੇਵਾ ਕਰਨਾ ਹੈ। ਦੇਖੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਸੀ, ਸਰੀਰ ਕਰਕੇ ਵੀ ਸਮਝਾਇਆ, ਇਤਿਹਾਸ ਕਰਕੇ ਵੀ ਸਮਝਾਇਆ, ਗੁਰਬਾਣੀ ਦੇ ਵਿੱਚ ਤੇ ਸਮਝਾਉਂਦੇ ਹੀ ਨੇ। 15 ਕੁ ਸਾਲ ਦੀ ਉਮਰ ਸੀ ਸਤਿਗੁਰੂ ਜੀ ਦੀ ਕਿ ਜਦੋਂ ਬਾਪੂ ਪਿਤਾ ਕਾਲੂ ਮਹਿਤਾ, ਉਹਨਾਂ ਵਾਸਤੇ ਤਾਂ ਪੁੱਤਰ ਹੀ ਸੀ ਕਿ 20 ਰੁਪਏ ਕਿੱਥੇ ਗਵਾ ਕੇ ਆ ਗਿਆ, ਚਪੇੜਾ ਮਾਰਦਾ ਹੈ। 15 ਸਾਲ ਦੀ ਉਮਰ ਵਿੱਚ ਜਦੋਂ ਦਾਈ ਦੌਲਤ ਇਹ ਬਿਲਕੁਲ ਐਲਾਨ ਕਰ ਚੁੱਕੀ ਸੀ ਕਿ ਇਹ ਰੱਬ ਨੇ, ਬੇਬੇ ਨਾਨਕੀ ਮੰਨ ਚੁੱਕੇ ਸੀ ਕਿ ਮੇਰਾ ਵੀਰ ਇਹ ਰੱਬ ਹੈ। ਰਾਏ ਬੁਲਾਰ 750 ਏਕੜੋਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਲਵਾ ਚੁੱਕਿਆ ਸੀ ਕਿ ਮੇਰਾ ਖੁਦਾ ਹੈ, ਪਰ ਪਿਤਾ ਵਾਸਤੇ ਤੇ ਪੁੱਤਰ ਹੀ ਸੀ। ਔਰ ਭਾਈ ਮਰਦਾਨਾ ਜੀ ਕਹਿੰਦੇ ਸੀ, ਸਤਿਗੁਰੂ ਜੀ ਪਿਤਾ ਜੀ ਬੜੇ ਗੁੱਸੇ ਵਿੱਚ ਨੇ, ਥੋੜੀ ਦੇਰ ਸਾਈਡ ਤੇ ਹੋ ਜਾਓ, ਪਾਸੇ ਚਲੇ ਜਾਓ, ਗੁੱਸਾ ਠੰਡਾ ਹੋ ਜਾਏਗਾ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਖੜੇ ਰਹੇ। ਹੁਣ ਜਦੋਂ ਚਪੇੜ ਮਾਰੀ ਔਰ ਲੋਕਾਂ ਦੇ ਸਾਹਮਣੇ ਮਾਰੀ, ਭਾਈ ਮਰਦਾਨਾ ਜੀ ਨੇ ਸਵਾਲ ਕੀਤਾ ਬਾਅਦ ਵਿੱਚ ਕਿ ਸਤਿਗੁਰੂ ਜੀ ਤੁਸੀਂ ਕੋਈ ਹੁਣ ਛੋਟੇ ਤੇ ਨਹੀਂ, 15 ਸਾਲ ਦੀ ਉਮਰ ਹੈ, ਜਵਾਨ ਹੁੰਦਾ ਬੱਚਾ, ਕਿ ਸਾਰਿਆਂ ਦੇ ਸਾਹਮਣੇ ਬਾਪੂ ਨੇ ਚਪੇੜ ਮਾਰੀ, ਥੱਪੜ ਮਾਰਿਆ, ਤੁਹਾਨੂੰ ਗੁੱਸਾ ਨਹੀਂ ਆਇਆ? ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਮਰਦਾਨਿਆਂ ਬਾਪੂ ਨੇ ਮਾਰਿਆ ਨਾ, ਤੇ ਬਾਪੂ ਦੇ ਮਾਰਨ ਦਾ ਗੁੱਸਾ ਕਿ ਇੱਕ ਹੋਰ ਮਾਰ ਦਿੰਦਾ, ਕਿਉਂਕਿ ਪਿਓ ਦੇ ਪਿਓ ਹੈ ਨਾ। ਮਰਦਾਨੇ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਰੱਬ ਹੈ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਰੱਬ ਦਾ ਵੀ ਭਾਵੇਂ ਪਿਓ ਕਿਉਂ ਨਾ ਹੋਵੇ,
ਜਿਹੜਾ ਪਿਓ ਦਾ ਹੱਕ ਉਹ ਤੇ ਪਿਓ ਦਾ ਹੀ ਰਹਿਣਾ ਹੈ। ਔਰ ਸਤਿਗੁਰੂ ਜੀ ਜਿੱਥੇ ਸਮਝਾਉਂਦੇ ਨੇ, ਦੇਖੋ ਕਈ ਵਾਰੀ ਪਿਓ ਹਾਸੇ ਵਿੱਚ ਵੀ ਕਹਿ ਦਿੰਦਾ, ਗੁੱਸੇ ਵਿੱਚ ਵੀ ਆ ਕੇ ਕਹਿ ਦਿੰਦਾ ਕਿ ਚੁੱਪ ਕਰਕੇ ਬਹਿ ਜਾ, ਚਪੇੜ ਮਾਰਾਂਗਾ। ਬੱਚੇ ਦੇ ਭਾਵੇਂ ਗਲਤੀ ਨਾ ਵੀ ਹੋਵੇ, ਆਪਣੀ ਥਾਂ 'ਤੇ ਬਿਲਕੁਲ ਠੀਕ ਹੋਵੇ ਸਿਆਣਾ, ਤੇ ਉਦੋਂ ਉਹਨੂੰ ਵੀ ਪਿਓ ਦੀ ਉਹ ਝਿੜਕ ਲੱਗਦੀ, ਠੀਕ ਹੈ, ਕਿ ਬਾਪੂ ਨੂੰ ਪਤਾ ਤਾਂ ਲੱਗ ਗਿਆ ਕਿ ਗਲਤ ਮੈਂ, ਬੱਚਾ ਸਿਆਣਾ ਹੈ, ਪਰ ਬਾਪੂ ਦੇ ਇਹਦੇ 'ਚ ਵੀ ਪਿਆਰ ਹੈ, ਚਪੇੜ ਮਾਰਾਂਗਾ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਭਾਈ ਜੇ ਤੂੰ ਸੁੱਖ ਚਾਹੁੰਦਾ ਕਿ ਘਰ ਗ੍ਰਸਤੀ ਇਹ ਮੇਰੀ ਇਹਦੇ ਵਿੱਚ ਆਨੰਦ ਬਣਿਆ ਰਹੇ, ਇੱਥੇ ਸਿਹਤ ਦਿੰਦੇ ਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ। ਫਿਰ ਇਸ ਢੰਗ ਦੇ ਨਾਲ ਤੂੰ ਮਾਂ ਪਿਓ ਤੋਂ ਸੇਵਾ ਸ਼ੁਰੂ ਕਰ। ਉਹਦਾ ਤੇ ਬਿਰਧ ਹੈ, ਉਹਦਾ ਤੇ ਸੁਭਾਅ ਹੈ, ਪਰ ਤੇਰਾ ਜਿਹੜਾ ਫਰਜ਼ ਬਣਦਾ ਤੂੰ ਉਹ ਸ਼ੁਰੂ ਕਰ। ਪ੍ਰਭ ਸਿਓ ਲਾਗ ਰਹੋ ਮੇਰੇ ਚੇਤ, ਜੇ ਚਿੱਤ ਲੱਗਿਆ ਹੋਵੇ ਤੇ ਮਾਂ ਪਿਓ ਦੇ ਸਾਹਮਣੇ ਫਿਰ ਭਾਵੇਂ ਉਹ ਗਲਤ ਵੀ ਹੋਣ, ਔਰ ਪਹਿਲੋਂ ਬੇਨਤੀ ਕੀਤੀ ਚਾਹੀਦਾ ਮਾਂ ਪਿਓ ਨੂੰ, ਭਾਵੇਂ ਗਲਤ ਵੀ ਹੋਣ, ਫਿਰ ਅੱਗੋਂ ਉੱਚੀ ਆਵਾਜ਼ ਵਿੱਚ ਬੱਚਾ ਬੋਲਦਾ ਨਹੀਂ ਜਿੰਦਾ ਚਿੱਤ ਲੱਗਿਆ ਹੈ, ਕਿਉਂਕਿ ਗੁਰੂ ਝਿੜਕੇ ਤਾਂ ਮਿੱਠਾ ਲੱਗ ਗਿਆ, ਫਿਰ ਉਹ ਮਿੱਠਾ ਵੀ ਲੱਗਦਾ ਹੈ ਨਾ, ਕਿਉਂਕਿ ਚਿੱਤ ਜੁੜਿਆ ਹੋਇਆ ਹੈ। ਪ੍ਰਭ ਸਿਉ ਲਾਗ ਰਹੋ ਮੇਰਾ ਚੇਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੇਤ। ਤੇ ਸਾਡੇ ਆਦ ਤੋਂ ਲੈ ਕੇ ਅੰਤ ਤੱਕ ਉਹ ਸਾਡਾ ਮਦਦਗਾਰ ਹੈ। ਔਰ ਸਤਿਗੁਰੂ ਜੀ ਨੇ ਪ੍ਰਮਾਣ ਬੇਨਤੀ ਦਿੱਤੇ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ 'ਚ ਆਪ ਜੀ ਜਾਣਦੇ ਹੋ ਭਾਈ ਸੁਥਰਾ ਜੀ, ਕਿ ਕਿਵੇਂ ਆਦ ਤੋਂ ਲੈ ਕੇ ਅੰਤ ਤੱਕ ਸਾਡਾ ਮਦਦਗਾਰ ਹੈ। ਉਹਨਾਂ ਨੇ 4 ਕੁ ਲੈਣਾ ਲਿਖੀ ਔਰ ਉਹ ਸਾਖੀ ਰੂਪ ਦੇ ਵਿੱਚ ਨੇ ਕਿ ਇੱਕ ਫਕੀਰ ਸਾਧੂ ਗਲੀ 'ਚ ਤੁਰਿਆ ਜਾਵੇ ਆਪਣੀ ਮਸਤੀ ਵਿੱਚ, ਔਰ ਉਸ ਮਸਤੀ ਵਿੱਚ ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਚਰਨ ਕਮਲ ਕੀ ਮੌਜ ਮੈਂ, ਪਰਮੇਸ਼ਰ ਦੀ ਮੌਜ ਵਿੱਚ ਜਾਂਦੇ ਨੇ। ਔਰ ਉੱਤੇ ਚਬਾਰੇ 'ਤੇ ਬੈਠੀ ਹੋਈ ਇੱਕ ਮਾਇਆਧਾਰੀ ਔਰਤ ਹੰਕਾਰ ਦੇ ਵਿੱਚ ਮੱਤੀ ਹੋਈ ਪਾਨ ਖਾ ਕੇ ਉੱਤੋਂ ਥੁੱਕਦੀ ਹੈ। ਔਰ ਸਾਧੂ ਨੇ ਕਿਹਾ ਕੁਝ ਨਹੀਂ, ਕੇਵਲ ਉੱਤੇ ਦੇਖਿਆ ਕਿ ਕੀ ਡਿੱਗਿਆ ਹੈ। ਔਰ ਜਿਹੜਾ ਹੰਕਾਰੀ ਬੰਦਾ ਹੋਵੇ ਉਹਨੂੰ ਲੱਗਦਾ ਹੈ ਕਿ ਇੱਕ ਫਕੀਰ ਮੰਗਤਾ ਇਸ ਕੋਠੀ ਵੱਲ ਨਿਗਾਹ ਚੁੱਕ ਕੇ ਵੇਖ ਜੇ। ਘਰ ਵਾਲੇ ਨੂੰ ਕਹਿੰਦੇ ਕਿ ਮੇਰੇ ਵੱਲੇ ਨੇ ਦੇਖਿਆ ਹੈ, ਤੇ ਤੇਰੀ ਚੌਧਰ ਦਾ ਰੁਪਈਏ ਪੈਸੇ ਨੂੰ ਅੱਗ ਲਾਉਣੀ, ਜੇ ਇੱਕ ਮੰਗਤਾ ਵੀ ਉੱਤੇ ਨੂੰ ਵੇਖ ਜੇ, ਭਾਵੇਂ ਇਹਦੇ ਸਿਰ 'ਚ ਡਾਂਗ ਵੀ ਕਿਉਂ ਨਾ ਮਾਰਦੀ, ਇਹ ਉੱਤੇ ਵੇਖ ਹੀ ਨਹੀਂ ਸੀ ਸਕਦਾ। ਹੰਕਾਰੀ ਬੰਦੇ ਇਸੇ ਤਰ੍ਹਾਂ ਹੁੰਦੇ ਨੇ। ਔਰ ਉੱਤੇ ਸੁਥਰਾ ਜੀ ਲਿਖਦੇ ਨੇ, ਉਹ ਕਹਿ ਲਈਏ ਕਿ ਜਿੰਦੇ ਵਿੱਚ ਅਕਲ ਕੋਈ ਨਹੀਂ ਸੀ, ਜੋਰੂ ਦਾ ਗੁਲਾਮ ਬਣਿਆ ਹੋਇਆ, ਉਹਨੇ ਕੁਝ ਨਹੀਂ ਵਿਚਾਰਿਆ, ਕੁਝ ਨਹੀਂ ਪੁੱਛਿਆ ਕਿਉਂ ਵੇਖਿਆ ਤੂੰ ਕੁਛ ਕੀਤਾ ਕਿ ਨਹੀਂ ਕੀਤਾ, ਬਸ ਡਾਂਗ ਫੜੀ, ਜਾਂਦੇ ਹੋਏ ਗਲੀ ਦੇ ਵਿੱਚ ਪਿੱਛੋਂ ਭੱਜ ਕੇ ਆ, ਸਿਰ 'ਚ ਡਾਂਗ ਮਾਰ ਦਿੱਤੀ। ਸਾਧੂ ਨੇ ਸਿਰ 'ਤੇ ਹੱਥ ਲਾ ਕੇ ਵੇਖਿਆ, ਖੂਨ, ਚੱਕਰ ਆਏ, ਥੱਲੇ ਬੈਠ ਕੇ ਬੋਲਿਆ ਫਿਰ ਕੁਝ ਨਹੀਂ, ਕਿਆ ਕੁਝ ਫਿਰ ਨਹੀਂ। ਔਰ ਇਹ ਬੜਾ ਖੁਸ਼ ਕਿ ਮੈਂ ਮਾਰ ਕੇ ਬੜੇ ਬਹਾਦਰੀ ਦਾ ਕੰਮ ਕੀਤਾ ਹੈ। ਔਰ ਕਹਿੰਦੇ ਜਦੋਂ ਭੱਜਿਆ ਆਇਆ, ਚੜ੍ਹਿਆ ਚਬਾਰੇ 'ਤੇ, ਪੌੜੀ ਦੇ ਅਖੀਰਲੇ ਡੰਡੇ 'ਤੇ ਪੈਰ ਰੱਖਿਆ, ਡੰਡਾ ਟੁੱਟਿਆ, ਉੱਤੋਂ ਥੱਲੇ ਡਿੱਗਿਆ, ਡਿੱਗਦੇ ਨਾਲ ਸਿਰ ਜਿਹੜਾ ਸੀ ਉਹ ਖਿੱਲਰ ਗਿਆ। ਹੁਣ ਇਸ ਬੇਬੇ ਨੂੰ ਸਮਝ ਲੱਗ ਗਈ ਕਿ ਜਿਹਨੂੰ ਡਾਂਗ ਮਰਵਾਈ, ਜਿਹਦੇ ਪਿੱਛੇ ਭੇਜਿਆ, ਭਾਵੇਂ ਪਾਟੇ ਕੱਪੜਿਆਂ ਵਾਲਾ ਹੈ, ਇਹ ਹੈ ਕੋਈ ਰੱਬ ਦਾ ਹੀ ਬੰਦਾ। ਉੱਥੇ ਭਾਈ ਸੁਥਰਾ ਜੀ ਸਮਝਾਉਂਦੇ ਨੇ ਕਿ ਬੀਬੀ ਜਾ ਕੇ ਉਹਦੇ ਕੋਲੋਂ ਖਿਮਾ ਮੰਗਦੀ, ਚਰਨਾਂ 'ਚ ਮੱਥਾ ਰੱਖਦੀ ਹੈ ਕਿ ਅਵੱਗਿਆ ਹੋ ਕੇ ਮਾਫ਼ ਕਰ ਦਿਓ। ਉਦੋਂ ਫਕੀਰ ਬੋਲਿਆ ਪਹਿਲੀ ਵਾਰੀ ਕਿ ਬੀਬੀ ਤੂੰ ਹੈ ਕੌਣ, ਵੀ ਤੇਰੇ ਤੋਂ ਕਿਹੜੀ ਗਲਤੀ ਹੋ ਗਈ, ਮੈਂ ਤਾਂ ਜਾਣਦਾ ਵੀ ਨਹੀਂ। ਹੁਣ ਉਹਨੇ ਦੱਸਿਆ ਕਿ ਜਿਹੜਾ ਡੰਡਾ ਮਾਰ ਗਿਆ ਸੀ ਮੇਰੇ ਘਰ ਵਾਲਾ ਹੈ, ਚਬਾਰੇ ਤੋਂ ਜਿਹਨੇ ਥੁੱਕਿਆ ਸੀ ਉਹ ਮੈਂ ਹਾਂ। ਕਹਿੰਦੇ ਉਦੋਂ ਭਾਈ ਉਹ ਜਿਹੜਾ ਫਕੀਰ ਹੈ ਉਹ ਹੱਸਿਆ, ਅੱਛਾ ਬੀਬੀ ਤੂੰ ਹੀ ਹੈ ਉਹ, ਤੇ ਕਹਿੰਦਾ ਫਿਰ ਮੈਂ ਤਾਂ ਕੁਝ ਨਹੀਂ ਕਿਹਾ ਤੇਰੇ ਘਰ ਵਾਲੇ ਨੇ। ਉੱਥੇ ਭਾਈ ਸੁਥਰਾ ਜੀ ਲਿਖਦੇ ਨੇ ਕਿ ਇਹ ਤੇ ਤੇਰੇ ਯਾਰ ਤੇ ਮੇਰੇ ਯਾਰ ਦੀ ਆਪਸ ਵਿੱਚ ਗੱਲ ਹੈ, ਕਿਉਂਕਿ ਤੇਰਾ ਯਾਰ ਤੇਰਾ ਘਰ ਵਾਲਾ, ਉਹਨੂੰ ਤੇਰਾ ਖਿਆਲ ਆ ਗਿਆ ਤੇ ਉਹ ਪਿੱਛੇ ਆਇਆ ਭੱਜਿਆ, ਉਹਨੇ ਡੰਡਾ ਮਾਰਿਆ, ਇੰਨਾ ਕੋਈ ਜ਼ੋਰ ਸੀ ਸਿਰ ਪਾੜ ਕੇ ਚਲਾ ਗਿਆ। ਔਰ ਮੇਰਾ ਯਾਰ ਜਿਹੜਾ ਦੀਨ ਦੁਨੀਆ ਦਾ ਮਾਲਕ ਹੈ, ਉਹ ਕੇਵਲ ਇੱਕੋ ਹੀ ਰੱਬ ਹੈ।
ਫਿਰ ਖਿਆਲ ਤਾਂ ਉਹਨੂੰ ਵੀ ਆਉਣਾ ਹੀ ਸੀ। ਉਹਨੂੰ ਮੇਰਾ ਖਿਆਲ ਆਇਆ ਤੇ ਆ ਕੇ ਉਹ ਹਿਸਾਬ ਹੀ ਨਿਬੇੜ ਗਿਆ। ਉਹ ਤੇ ਡੰਡਾ ਮਾਰਿਆ ਤੇ ਮੇਰੇ ਮਾਲਕ ਨੇ ਹਿਸਾਬ ਹੀ ਨਿਬੇੜ ਦਿੱਤਾ ਕਿ तेरा यार आया वो सटपटा गया, तेरा यार था थोड़े बल वाला वो डंडा लगा गया। और कहता मेरा यार था बल वाला, उसको भी ख्याल आ गया, वो आया और लेखा ही मुका गया। वो साडा मददगार है और सतगुरु जी कृपा करते हैं। बस जेड़ा मददगार ता है जे प्रभ स्यों लाग रहे हो मेरा चीत, तेरा चित लगा होगा तो उनका तो बिरद है। फिर वो औखी घड़ी देखने देंदा नहीं, हर थां ते मददगार है। रहाओ मन बिलास भये, साहिब के अचरज देख बढ़ाई। जिंदा चित लग गया, कहते मन बिलास भये, मन विच खेड़े आ गए, खुशियां आ गई। तो कदों कहते साहिब के अचरज देख बढ़ाई, जदों साहिब दियां हैरान करने वाली वड्याइयां देखियां, हैरान करने वाली ने, तो ये वड्याइयां वेखेगा उदों जदों चित लगेगा। अखीर ते धन गुरु अर्जन देव जी ने फिर कृपा की, कहते हर सिमर सिमरिया आनंदकार, नानक प्रभ पूरन पैज रखाई। सतगुरु धन गुरु अर्जन देव जी कहते ने भाई उन्होंने सिमर सिमर के आनंद लै। आनंद शब्द आम वरत्या जाता ना, कोई यार मित्र हो आपस में कुछ दे हो, और कई बार कह देंगे ने कोई चीज़ दी, रुपया पैसा दिता लै फड़ कोई मौजा लै आनंद माण। सतगुरु जी कहते हैं मेरे रब का बिरद तो इस तरह के भाई तू सिमर सिमर के आनंद लै कर, बाकी वो जाने तू उनकी कुदरत जाने। कहते हर सिमर सिमर आनंद कर, और जेड़े सिमरते हैं फिर सतगुरु जी ने समझाया कि वो दुख विच भी आनंद विच ही रहिंदे ने। दुख जिहड़ा मर्जी आ जाए, क्योंकि सिमरन वालियां दे कोल ते आनंद ही है, दुख विच भी ते सुख विच भी। हर सिमर सिमरिया आनंद कर, नानक प्रभ पूर्ण पैज रखाई। ते जेड़े इस आनंद विच टिक गए मेरे प्रभु ने, परमेश्वर ने पूर्ण तौर पर इस संसार विच भी, रब दे घर विच भी उन्हां दी पैज हमेशा रखी है, रखदा है। होईयां भुल्लां दी खिमा। आओ 1-2 मिनट होर रसना दे नाल हाज़री लवाइए, फिर समाप्ति है जी। वाहिगुरू वाहिगुरू।